गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक रचना है श्री गुरु रामदास जी महाराज के जीवन प्रसंग। आओ उसका अगला हिस्सा सरवण करने की कोशिश करिए जी। पंजवां है हिंदाल। श्री गुरु अमरदास जी के वेले एक सिख जंडियाले का रहने वाला गुरु की सेवा विच गोइंदवाल आ रहा होया सी। ਇਹ ਸਰਲ ਸੁਭਾਅ ਦਾ ਸ਼ਰਧਾਵਾਨ ਸੇਵਕ ਸੀ। ਗੁਰੂ ਕੇ ਲੰਗਰ ਵਿੱਚ ਸੇਵਾ ਕਰਦਾ ਸੀ ਤੇ ਨਾਮ ਵਿੱਚ ਰੁੱਝਾ ਰਹਿੰਦਾ ਸੀ। ਇਸ ਦੀ ਘਾਲ ਸਿਰੇ ਚੜ ਰਹੀ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਘਰਾਂ ਨੂੰ ਚਲੇ ਗਏ, ਪਰ ਹਿੰਦਾਲ ਗੁਰੂ ਕੇ ਦੁਆਰੇ ਟਿਕਿਆ ਰਿਹਾ। ਸੇਵਾ ਕਰਦਾ ਤੇ ਨਾਮ ਵਿੱਚ ਲੱਗਾ ਲਿਵਧਾਰੀ ਹੁੰਦਾ ਗਿਆ। ਹਿੰਦਾਲ ਹੁਣ ਸ੍ਰੀ ਗੁਰੂ ਰਾਮਦਾਸ ਜੀ ਨੂੰ श्री गुरु अमरदास जी का स्वरूप समझदा सी। कवि संतोख सिंह जी लिखते हैं, मगन प्रेम के रंग्यो रंग, अंतर बिरती सदा सुख संग, काम न क्रोध न लोभ अहंकार, सत्य नाम सो लागी तार, हरख न शोक न बैरी मीतना, तत्पर रहे एक मन जीतना, निष्कामी नित्सहन सुशील, सदा एक रस में बिरत मील, अंतरयामी सतगुर दयाल, लखी सिख की दीरघ काल, एक दिन सलता को गुर गए, मंद मंद पत की गत लय, मजन कर पुर को पुन आए, देख सदन मो गुर परविशाए, जे तक सिख करत तह सेवा, सने सने सब पिक गुरदेवा, गूदत चून तबै इंदाल, लग्यो रहो जुग आथन नाल। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿੱਚ ਗਏ ਤਾਂ ਹਿੰਦਾਲ ਆਟਾ ਗੁੰਨ ਰਿਹਾ ਸੀ। ਉਸ ਜਿੱਠਾ ਕਿ ਸ੍ਰੀ ਗੁਰੂ ਜੀ ਆਏ ਹਨ, ਛੇਤੀ ਨਾਲ ਉੱਠਿਆ, ਦੋਵੇਂ ਹੱਥ ਪਿੱਠ ਦੇ ਪਿੱਛੇ ਕਰ ਲਏ ਕਿ ਆਟੇ ਨਾਲ ਲਿਬੜੇ ਹੱਥਾਂ ਨੂੰ ਮੱਥਾ ਟੇਕਣ ਲੱਗਿਆਂ ਜ਼ਮੀਨ ਦੀ ਮਿੱਟੀ ਨਾ ਲੱਗ ਜਾਏ। ਇਸ ਤਰ੍ਹਾਂ ਹੱਥ ਪਿੱਛੇ ਕੀਤੇ ਹੋਏ ਸਿਰ ਚਰਨਾਂ 'ਤੇ ਧਰ ਦਿੱਤਾ। ਉਸ ਦੀ ਪੁੱਗੀ ਹੋਈ ਘਾਲ, ਸੇਵਾ ਵਿੱਚ ਫੇਰ ਪ੍ਰੀਤ, ਗੁਰੂ ਚਰਨਾਂ ਨਾਲ ਇਤਨਾ ਪ੍ਰੇਮ ਦੇਖ ਕੇ ਸਤਿਗੁਰੂ ਜੀ ਦਰਵ ਗਏ। ਉਸ ਦੇ ਸਿਰ ਨੂੰ ਹੱਥਾਂ ਨਾਲ ਉਠਾਇਆ ਤੇ ਆਪਣੇ ਮੋਢੇ ਦਾ ਪਰਨਾ ਉਸ ਦੇ ਸਿਰ ਤੇ ਧਰ ਦਿੱਤਾ। ਇਸ ਮਿਹਰ ਦੇ ਹੁੰਦੇ ਹੀ ਕਪਾਟ ਖੁੱਲ ਗਏ, ਆਤਮ ਦ੍ਰਿਸ਼ਟੀ ਤੇ ਸ਼ਕਤੀ ਪ੍ਰਾਪਤ ਹੋ ਗਈ। ਹੁਕਮ ਹੋਇਆ, ਜਾਓ ਆਪਣੇ ਨਗਰ ਵਸੋ ਤੇ ਸਤਨਾਮ ਦਾ ਮੰਤਰ ਸ੍ਰਿਸ਼ਟੀ ਨੂੰ ਜਪਾਓ। ਬਖਸ਼ਿਸ਼ ਪਾ ਕੇ ਹਿੰਦਾਲ ਜੰਡਿਆਲੇ ਟੁਰ ਗਿਆ ਤੇ ਸਤਿਗੁਰ ਦੀ ਆਗਿਆ ਪਾਲਦਾ ਰਿਹਾ। ਇਹ ਨਗਰ ਅੰਮ੍ਰਿਤਸਰ ਤੋਂ ਜਲੰਧਰ ਵਾਲੀ ਸੜਕ ਤੇ 10-12 ਮੀਲ ਤੇ ਹੈ। ਇੱਥੇ ਇਸ ਦਾ ਡੇਰਾ ਹੁਣ ਤੱਕ ਹੈ। ਹਿੰਦਾਲ ਆਪ ਤਾਂ ਸਾਰੀ ਉਮਰ ਗੁਰਚਰਨਾਂ ਦਾ ਭੌਰਾ ਰਿਹਾ ਤੇ ਸਿੱਖੀ ਸਿਦਕ ਵਿੱਚ ਨਿਭਿਆ, ਪਰ ਇਸ ਦੀ ਗੱਦੀ ਤੇ ਹੀ ਇੱਕ ਨੇ ਗੁਰੂ ਕੀ ਅਸਲ ਜਨਮ ਸਾਖੀ ਨਸ਼ਟ ਕਰਕੇ ਇੱਕ ਬਨਾਵਟੀ ਬਣਾਈ। ਝੂਠੀਆਂ ਸਾਖੀਆਂ ਆਪਣੇ ਪਰਦੇ ਕੱਜਣ ਲਈ ਬਣਾ ਕੇ ਵਿੱਚ ਪਾਈਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹਿੰਦਾਲ ਨੂੰ ਵੱਡਾ ਕਰਕੇ ਲਿਖਿਆ। ਇਸ ਗੱਦੀ ਦੇ ਹੋਰ ਮਗਰਲੇ ਜਾਨਸ਼ੀਨ ਵੀ ਕਿਸੇ ਵੇਲੇ ਪੰਥ ਨਾਲ ਵਿਰੋਧ ਕਰਦੇ ਰਹੇ ਤੇ ਤੁਰਕ ਹਾਕਮਾਂ ਨੂੰ ਪੰਥ ਵਿਰੋਧ ਮਦਦ ਦਿੰਦੇ ਰਹੇ। ਹਿੰਦਾਲ ਦੀ ਸੰਪਰਦਾ ਵਾਲਿਆਂ ਨੂੰ ਹਿੰਦਾਲੀਏ ਤੇ ਨਿਰੰਜਨੀ ਆਖਦੇ ਹਨ। 6ਵਾਂ ਹੈ ਭਾਈ ਗੁਰਦਾਸ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਵਿੱਚ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਗਿਆ ਦਿੱਤੀ ਸੀ ਕਿ ਆਪਣੇ ਪਰਿਵਾਰ ਨੂੰ ਵੀ ਗੋਇੰਦਵਾਲ ਲੈ ਆਓ ਤੇ ਉੱਥੇ ਲਿਆ ਵਸਾਓ। ਸੋ ਆਪ ਦਾ ਨਿਜ ਪਰਿਵਾਰ ਤੇ ਭਰਾ ਭਤੀਜੇ ਆਪਣੇ ਪਿੰਡ ਬਾਸਰਕੇ ਨੂੰ ਛੱਡ ਕੇ ਗੋਇੰਦਵਾਲ ਆ ਵਸੇ ਸੀ। ਇਸ ਪਰਿਵਾਰ ਦਾ ਇਤਨਾ ਕੁ ਪਤਾ ਚੱਲਦਾ ਹੈ ਕਿ ਬਾਸਰਕੇ ਵਿੱਚ ਬਾਬਾ ਤੇਜੋ ਨਾਮ ਦਾ ਇੱਕ ਸੁਹਿਰਦ ਪੁਰਖ ਵਸਦਾ ਸੀ, ਜੋ ਹੁਣ ਆਪਣਾ ਬਿਰਧ ਅਵਸਥਾ ਦਾ ਸਮਾਂ ਭਜਨ ਵਿੱਚ ਗੁਜ਼ਾਰਦਾ ਸੀ। ਉਹਨਾਂ ਦੇ 4 ਪੁੱਤਰ ਸਨ। ਵੱਡੇ ਸਪੁੱਤਰ ਦਾ ਨਾਮ ਸ੍ਰੀ ਅਮਰਦਾਸ ਸੀ, ਜੋ ਗੁਰੂ ਅਮਰਦਾਸ ਜੀ ਹੋ ਕੇ ਸ੍ਰੀ ਗੁਰੂ ਜੀ ਬਣੇ। ਬਾਕੀ ਤਿੰਨਾਂ ਵਿੱਚੋਂ ਇੱਕ ਦਾ ਨਾਮ ਦਾਤਾਰ ਚੰਦ ਦਸੀਦਾ ਹੈ, ਜਿਸ ਦੇ ਪੁੱਤਰ ਭਾਈ ਗੁਰਦਾਸ ਜੀ ਸਨ। ਭਾਈ ਗੁਰਦਾਸ ਜੀ ਦਾ ਜਨਮ ਸੰਮਤ ਪੁਰਾਤਨ ਗ੍ਰੰਥਾਂ ਤੋਂ ਨਹੀਂ ਮਿਲਦਾ, ਪਰ ਅਨੁਮਾਨ ਲੱਗਦਾ ਹੈ ਕਿ 1590 ਤੋਂ 1610 ਬਿਕਰਮੀ ਦੇ ਵਿੱਚ ਕਿਸੇ ਸੰਮਤ ਆਪ ਦਾ ਆਗਮਨ ਹੋਇਆ। ਉੱਪਰ ਅਸੀਂ ਦੱਸ ਆਏ ਹਾਂ
कि श्री गुरु अंगद देव जी की आग्या पा के श्री गुरु अमरदास जी अपने सारे परिवार नूं गोइंदवाल लै आए से। 1600 विच श्री गुरु अंगद देव जी सचखंड प्याना कर गए ते श्री गुरु अमरदास जी गद्दी ते बिराजे। भाई गुरदास साहब दे जीवन का पहला हिस्सा गोइंदवाल विच बीतिया। आप दे बचपन कुमार किशोर अवस्था दे हालात नहीं मिलते, पर सारा परिवार गोइंदवाल विच जान करके आप दा ये जीवन गुरु प्रभाव ते सत्संग दे मंडल विच बीतिया। ये गल स्पष्ट ही है। आप दी बाणी पढ़न तो कोई शुबह नहीं रहिंदा कि आप नूं समय दी शास्त्रां दी वाकफी ते फारसी दी जानकारी काफ़ी सी। सो ये ख्याल कर लेना सच तो दूर नहीं होवेगा कि आप दी पालना पोसना ते विद्या गोइंदवाल विच होई, जिथे के पंडित ते फारसी दाने भी सन अते आउंदे जांदे भी सन। ये सामान नवी नगरी विच सुते सिद्ध हो जाने सन ते विशेष करके गुरनिवास स्थान होण करके हर मत दे विद्वान ते हर विद्या दे जानकार साधु संत गुरु दर्शनां नूं आउंदे सन। गोइंदवाल शाहराह दा पत्तन सी। उस समय शाही सड़क गोइंदवाल हो के होण वाले नौरंगाबाद ते तरन ताਰਨ दे उपरों ਝੁਬਾਲ थाणी लाहौर नूं जांदी सी। ਐਉਂ गोइंदवाल तो आम लोकी लंघदे सन ते विच विच गुणी जन भी लंघदे ते टिकदे सन। सो इत्थे ए होणहार बिरवा फुड़दी मस्सू भेदी उमरे गुरमुखी हिंदी संस्कृत ते फारसी आदि विद्या नाल हरियावला हो गया ते शास्त्रां उपनिषदां पुराणां दी चोखी वाकफियत नाल प्रफुल्लित हो गया। नाल ही घर दे सच्चे सत्संग करके रूहानी फलां नाल सफल हो गया। एक पासे सी विद्या नूं दिमाग दी खेंच नाल जिउरी जाण दा शौक, दूजे पासे सी गुर रहस्य विच निमगनता ते गुरमत दी रवरीति नाल ज्ञान प्राप्ति। ऐं आप दा इलमी ते अमली जीवन दुरुस्त लीहां ते टुरदा रहा। चाहो इस समय दे हालात भाई गुरदास जी दे नहीं मिलते, पर एक रिवायत यह है कि आप श्री गुरु अमरदास जी दे फैज़ नाल कृत हो गए से ते चंबे जम्मू आदि पहाड़ां विच प्रचार लई भी घल्ले गए से। जिवें कि श्री गुरु अमरदास जी दे दूसरे भतीजे सावणमल जी हरीपुर दे राजे पास घल्ले गए से। उन्हां पहाड़ी इलाकिਆਂ विच फिरदे भाई गुरदास जी नूं श्री गुरु अमरदास जी दे सचखंड प्याने दी खबर पहुंची। अपने सतगुरु दे संबंध विच लगदे ताए जी दे प्याने सुन के आप जी ने त्यारे कीते। गुरु रामदास जी दी चरण शरण आ हाज़र होए। श्री गुरु जी दे दर्शन कीते किरत हो गए। आप जी नूं सामर्थक गुरु अमरदास जी दा रूप देख के शरदा विच भर गए ते बेबल हो के चरनी पै गए। श्री गुरु जी ने पुगी होई नरद वेख के होर मेहर कीती ते गुरमुख बना दिता। भाई जी कुछ दिन चरण शरण रहे, फिर सतगुर ने आग्या कीती कि आगरे जाओ ते पूरब दी सिक्खी दी संभाल करो। सो आप जी आगरे वल नूं पधार गए। 7वां है रामदासपुरा। श्री गुरु अमरदास जी अपने पंज भौतिक शरीर नूं त्याग के अपनी आत्म स्वरूपता विच टिक गए सन। संमत 1631 बिक्रमी भादो सुदी 14 अथवा असू परविष्टे 2 नूं श्री गुरु रामदास जी तत तो टिक रहे गोइंदवाल ही। इत्थे ही संगतां दे तारन दा कारज पिछले सतगुरां वांगू ही निभाउंदे रहे। हुण आपने तैयारी कीती जाण दी उत्थे जिथे लई के आग्या कर गए सन श्री गुरु अमरदास जी। गुरु अमरदास जी दे प्रसंग विच जिक्र आ चुका है कि अकबर तदों गोइंदवाल आया सी ते कुछ पिंड उसने अर्पण कीते से जो आपने लैणे नहीं सन मन्ने, पर श्री गुरु रामदास जी नूं दे दिते सन। यथा श्री सतगुर बिरद अमर जी आए तिनों के पास, ग्राम के तक अर्पण करे अकबर बिनय प्रकाश। सो सगरे ही ग्राम गण गुरता गादी साथ, रामदास गुर को दए कुल भलियन के नाथ। सूरज प्रकाश। ये पिंड श्री गुरु घर विच संमत 1616 या 1617 के लगभग अर्पे गए ख्याले जाते हैं।
ਪਤਾ ਚੱਲਦਾ ਹੈ ਕਿ 1621 ਬਿਕਰਮੀ ਵਿੱਚ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨਵਿੰਡ ਦੇ ਪੱਛੋਂ ਰੁਖ ਇੱਕ ਤਾਲ ਖੁਦਵਾਇਆ ਸੀ। ਤਦੋਂ 1621 ਵਿੱਚ ਇਹ ਅਦਵਾਟੇ ਪਿਆ ਰਿਹਾ ਤੇ ਹੋਰ ਵਸੋਂ ਵੀ ਕੋਈ ਨਾ ਠੱਟੀ ਗਈ। ਇਸ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਰੱਖਿਆ ਸੀ, ਸੋ ਹੁਣ ਤੱਕ ਮੌਜੂਦ ਹੈ। 1645 ਬਿਕਰਮੀ ਦੇ ਲਗਭਗ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਪੂਰਾ ਕੀਤਾ ਸੀ। ਤਵਾਰੀ ਖਾਲਸਾ ਦੇ ਲੇਖਕ ਸ੍ਰੀਮਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ 1627 ਬਿਕਰਮੀ ਹਾੜਵੱਦੀ 5 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇਣ ਪਰ ਸੰਤੋਖ ਸਰ ਵਾਲੇ ਤਾਲ ਤੋਂ ਦੂਰ ਜੇ ਇੱਕ ਪਿੰਡ ਬੱਦਾ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ, ਪਰ ਫਿਰ ਇਹ ਨਾਮ ਰਾਮਦਾਸਪੁਰ ਹੋ ਗਿਆ। ਗਾਲਬਨ ਇਹ ਨਾਮ ਗੁਰੂ ਅਮਰਦਾਸ ਜੀ ਨੇ ਬਖਸ਼ਿਆ, ਪਰ ਇਸ ਪਿੰਡ ਦੀ ਨੀਂਹ ਸ਼ੁਰੂ 1631 ਵਿੱਚ ਬੱਧੀ ਗਈ ਵੀ ਅਨੁਮਾਨੀ ਜਾਂਦੀ ਹੈ। ਪਰ ਇਹ ਸਾਰੇ ਮੰਨਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਹੀਨ ਹਯਾਤ ਉਹਨਾਂ ਦੇ ਹੁਕਮ ਵਿੱਚ ਇਹ ਗਿਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਿਆ ਸੀ। ਇੱਥੇ ਇੱਕ ਪਹਿਲੋਂ ਮਕਾਨ ਬਣਵਾਇਆ ਜੋ ਪਿੱਛੋਂ ਪੱਕਾ ਤੇ ਵੱਡਾ ਕੀਤਾ, ਜਿਸ ਦਾ ਨਾਮ ਹੁਣ ਤੱਕ ਗੁਰੂ ਕੇ ਮਹਿਲ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਚਰਨ ਪਾ ਕੇ ਆਪਣੀ ਪਾਵਨਤਾ ਨਾਲ ਪਵਿੱਤਰ ਕਰ ਦਿੱਤਾ ਸੀ। ਇਸ ਦੇ ਉਰੇ ਨਾਲਵਾਰੀ ਬਾਜ਼ਾਰ ਪਿਆ। ਤਦੋਂ ਤੋਂ ਹੁਣ ਤੱਕ ਇਸ ਦਾ ਨਾਮ ਗੁਰੂ ਕਾ ਬਾਜ਼ਾਰ ਹੈ। ਇੱਥੇ ਵਸੋ ਤਦੋਂ ਤੋਂ ਹੋ ਗਈ ਸੀ। ਭਾਈ ਸਾਲੋ ਆਦਿ ਗੁਰਸਿੱਖਾਂ ਨੇ ਬੜੀ ਸੇਵਾ ਕੀਤੀ ਸੀ। ਗੁਰੂ ਕਾ ਬੱਦਾ ਚੱਕ ਹੋਣ ਕਰਕੇ ਦੂਰੋਂ ਨੇੜਿਓਂ ਸਿੱਖ ਆ ਵਸੇ ਤੇ ਸੁਲਤਾਨਵਿੰਡ, ਤੁੰਗ ਗੁਮਟਾਲਾ, ਗਿਲਵਾਲੀ, ਚਾਟੀਵਿੰਡ, ਭਰਾੜੀ ਆਦਿ ਪਿੰਡਾਂ ਦੇ ਗੱਬੇ ਹੋਣ ਕਰਕੇ ਇੱਥੋਂ ਆ ਕੇ ਹੱਟੀਆਂ ਪਾਉਣ ਵਾਲਿਆਂ ਦਾ ਵਪਾਰ ਟੁਰ ਪਿਆ ਸੀ ਤੇ ਗੁਰੂ ਕਾ ਬਾਜ਼ਾਰ ਵਸ ਪਿਆ ਸੀ। ਇਹ ਕੁਛ ਬਣਵਾ ਕੇ ਆਪ ਗੋਇੰਦਵਾਲ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਆ ਕੁਛ ਬਣ ਗਿਆ ਹੈ। ਕਵੀ ਜੀ ਲਿਖਦੇ ਹਨ, ਤਬ ਸ੍ਰੀ ਰਾਮਦਾਸ ਚਲ ਗਏ, ਚਰਨ ਕਮਲ ਗੁਰਬੰਦਤ ਭਏ, ਸਗਰੀ ਕਾਰ ਕਰੀ ਸੋ ਬਤਾਈ, ਸਦਨ ਗ੍ਰਾਮ ਸਿਰਜੇ ਸਮਦਾਈ, ਤਾਲ ਕਛੁਕ ਖਨਵਾਵਨ ਕੀਨਾ, ਜਥਾ ਹੁਕਮ ਰਾਵਰ ਨੇ ਦੀਨਾ। ਸੂਰਜ ਪ੍ਰਕਾਸ਼। ਕਦੇ ਕਦੇ ਗੁਰੂ ਅਮਰਦਾਸ ਜੀ ਆਪ ਨੂੰ ਰਾਮਦਾਸਪੁਰੇ ਜਾ ਕੇ ਫੇਰਾ ਮਾਰ ਆਉਣ ਦਾ ਹੁਕਮ ਦਿਆ ਕਰਦੇ ਸਨ। ਤਦ ਆਪ ਇੱਥੇ ਫੇਰਾ ਪਾ ਜਾਂਦੇ ਹੁੰਦੇ ਸਨ। ਯਥਾਰਥ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ 7 ਕੱਤਕ ਸੰਮਤ 1630 ਬਿਕਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਕੇ ਚੱਕ ਆ ਕੇ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਸਰੋਵਰ ਦਾ ਤਾਲ ਪੁਟਾਉਣਾ ਸ਼ੁਰੂ ਕੀਤਾ ਸੀ, ਪਰ ਫਿਰ ਗੋਇੰਦਵਾਲ ਚਲੇ ਗਏ ਸਨ। ਉੱਥੇ ਇਹ ਵੀ ਲਿਖਿਆ ਹੈ ਕਿ ਤਾਲ ਨੂੰ ਪੱਕਾ ਕਰਨ ਦਾ ਕੰਮ ਗੁਰੂ ਰਾਮਦਾਸ ਜੀ ਨੇ 1635 ਵਿੱਚ ਆਰੰਭਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰੇ ਜਾ ਰਹਿਣ ਤੇ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਬਣਾਉਣ ਦੀ ਆਗਿਆ ਦੇ ਗਏ ਸਨ। ਉਸ ਮੁਜਬ ਹੁਣ ਗੁਰੂ ਰਾਮਦਾਸ ਜੀ ਦੀ ਇੱਛਾ ਇੱਥੇ ਆ ਵਸਣੇ ਦੀ ਹੋ ਗਈ। ਹੁਣ ਤੱਕ ਇੱਥੇ ਹੀ ਗੋਇੰਦਵਾਲ ਵਿੱਚ ਗੁਰੂ ਗਾਦੀ ਸੰਭਾਲੀ ਤੇ ਪ੍ਰਚਾਰ ਕੀਤਾ। ਪਿੱਛੇ ਕਈ ਪ੍ਰਸੰਗ ਇੱਥੇ ਹੀ ਵਰਤੇ। ਦੇਸ਼ ਦੇਸ਼ ਵਿੱਚ ਬੜੀ ਪ੍ਰਸਿੱਧੀ ਹੋ ਗਈ ਤੇ ਸਭ ਪਾਸਿਓਂ ਸੰਗਤਾਂ ਉਮੜ ਆਈਆਂ। ਗੁਰਸਿੱਖੀ ਪੰਜਾਬ ਵਿੱਚ ਹੀ ਨਹੀਂ, ਪੂਰਬ ਮੱਧੇਸ਼, ਸਿੰਧ ਤੇ ਦੱਖਣ ਤੱਕ, ਉੱਪਰ ਬੁਖਾਰੇ ਤੱਕ ਫੈਲ ਗਈ ਸੀ। ਜਿੱਥੇ ਵਸਦੇ ਸਿੰਧੀ ਪੰਜਾਬੀ ਵਪਾਰੀ ਸਿੱਖੀ ਵਿੱਚ ਆ ਰਹੇ ਸਨ। ਹੋਰ ਵੀ ਪ੍ਰਚਾਰ ਬਹੁਤ ਵੱਧ ਰਿਹਾ ਸੀ। ਸ੍ਰੀ ਗੁਰੂ ਜੀ ਹੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਉਹਨਾਂ ਦੇ ਹੁਕਮ ਵਿੱਚ ਵਸਾਏ ਨਗਰ ਰਾਮਦਾਸਪੁਰੇ ਵਿੱਚ ਜਾ ਵਸਣ ਦਾ ਸੰਕਲਪ ਕਰਕੇ ਗੋਇੰਦਵਾਲ ਦੇ ਸਾਰੇ ਸਹੁਰੇ ਪਰਿਵਾਰ ਤੋਂ ਵਿਦਾ ਹੋ ਕੇ ਆਪਣੇ ਚੱਕ ਆ ਗਏ। ਜੈਸਾ ਲਿਖਿਆ ਹੈ ਕਿ ਗੁਰੂ ਜੀ ਨੇ ਮੋਹਨ ਜੀ, ਮੋਹਰੀ ਜੀ ਸਾਰੇ ਪਰਿਵਾਰ ਨੂੰ ਆਖਿਆ, हमको गुर की आज्ञा है, सुधा सरोवर को बनवावन, तुम भी आयुष करो अलावन। इस प्रकार सब दी प्रसन्नता लै के श्री गुरु जी की आज्ञा अनुसार खुशी खुशी अपने चाका वसे, जिस थान गुरु के महल आखते हैं। 2-4 दिन आराम करके जदों अपनी नित क्रिया अपनी रीति मुजब टुर पई
ਤਾਂ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਰੋਵਰ ਪੁੱਟਣ ਦੀ ਸੇਵਾ ਜੋ ਆਪ ਆਰੰਭ ਗਏ ਸਨ ਫਿਰ ਸ਼ੁਰੂ ਕਰਵਾਈ। ਸਰੋਵਰ ਦੀ ਸੇਵਾ ਕਰਵਾਉਂਦਿਆਂ ਇੱਕ ਦਿਨ ਗੁਰੂ ਜੀ ਦੇ ਲਾਹੌਰ ਦੇ ਕੁਝ ਸੰਬੰਧੀ ਮਿਲਣ ਆਏ ਤੇ ਬੇਨਤੀ ਕੀਤੀ ਕਿ ਕੁਝ ਚਿਰ ਲਈ ਲਾਹੌਰ ਆਪਣੇ ਘਰ ਭਾਗ ਲਾਓ ਤੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ। ਜੋ ਪਰਿਵਾਰ ਤੇ ਸ਼ਹਿਰ ਦੇ ਲੋਕੀ ਵੀ ਸਤਨਾਮ ਦੇ ਗਫੇ ਲੈ ਕੇ ਭਵਸਾਗਰ ਨੂੰ ਤਰਨ। ਸੋ ਬਿਨੇ ਮੰਨ ਕੇ ਗੁਰੂ ਜੀ ਚਲੇ ਗਏ ਤੇ ਕੁਝ ਮਹੀਨੇ ਉੱਥੇ ਟਿਕੇ। ਸਤਨਾਮ ਦਾ ਛਤਰ ਝੁਲਾਇਆ ਤੇ ਸੈਂਕੜੇ ਜੀਵ ਪਾਪ ਜੀਵਨਾਂ ਤੋਂ ਬਚਾਏ। ਆਪ ਨੇ ਆਪਣੇ ਘਰ ਨੂੰ ਤਦੋਂ ਹੀ ਢਵਾ ਕੇ ਧਰਮਸ਼ਾਲਾ ਬਣਾ ਦਿੱਤਾ, ਨਾਲ ਇੱਕ ਖੂਹ ਲਵਾ ਦਿੱਤਾ ਜੋ ਹੁਣ ਤੱਕ ਹੈ। ਫਿਰ ਆਪ ਰਾਮਦਾਸਪੁਰੇ ਆ ਗਏ। ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਸਮੇਂ ਦਾ ਇੱਕ ਕਰਿਸ਼ਮਾ। ਸ੍ਰੀ ਗੁਰੂ ਰਾਮਦਾਸ ਜੀ ਜਦ ਕਾਰ ਸੇਵਾ ਕਰਵਾ ਰਹੇ ਸਨ ਤਾਂ ਇੱਕ ਕਰਿਸ਼ਮਾ ਵਰਤਿਆ। ਕਈ ਸੱਜਣਾਂ ਦਾ ਖਿਆਲ ਹੈ ਕਿ ਇਹ ਵਾਰਤਾ ਪੰਚਮ ਪਾਤਸ਼ਾਹ ਦੇ ਸਮੇਂ ਹੋਈ। ਕਵੀ ਸੰਤੋਖ ਸਿੰਘ ਜੀ ਵੀ ਇਹੀ ਗੱਲ ਲਿਖਦੇ ਹਨ, ਪਰ ਪੰਜਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹ ਵਾਰਤਾ ਜੋ ਅੱਗੇ ਲਿਖਦੇ ਹਾਂ ਵਰਣਨ ਕਰਕੇ ਕਵੀ ਜੀ ਆਪ ਹੀ ਲਿਖਦੇ ਹਨ ਕਿ ਕਈ ਸਿੱਖ ਇਸ ਵਾਰਤਾ ਨੂੰ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵਰਤੀ ਲਿਖਦੇ ਹਨ। ਹਰ ਹਾਲ ਇਹ ਵਾਰਤਾ ਤਾਲ ਖੁੜਨ ਤੋਂ ਪਹਿਲੋਂ ਜਾਂ ਸ਼ੁਰੂ ਵਿੱਚ ਹੋਈ। ਭਾਈ ਗੁਰਦਾਸ ਜੀ ਲਿਖਦੇ ਹਨ, ਪੂਰਨ ਤਾਲ ਖਟਾਇਆ ਗੁਰੂ ਰਾਮਦਾਸ ਜੀ ਨੇ ਸੀ। ਸੋ ਵਾਰਤਾ ਗੁਰੂ ਰਾਮਦਾਸ ਜੀ ਦੇ ਸਮੇਂ ਹੋਈ ਠੀਕ ਜਾਪਦੀ ਹੈ। ਭਾਈ ਗੁਰਦਾਸ ਜੀ ਦਾ ਵਾਕ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਵਾਰਤਾ ਇਸ ਪ੍ਰਕਾਰ ਹੈ। 8ਵਾਂ ਹੈ ਪਤੀਬ੍ਰਤਾ। ਮਾਂਝੇ ਵਿੱਚ ਇੱਕ ਨਗਰ ਹੈ ਪੱਟੀ। ਅਸਲ ਵਿੱਚ ਕਦੇ ਇਸ ਦਾ ਨਾਂ ਪਿਆ ਸੀ ਚੀਨਾਪਤੀ। ਇੱਥੇ ਕਿਸੇ ਹਿੰਦ ਐਸ਼ਵਰਜ ਦੇ ਸਮੇਂ ਚੀਨ ਦਾ ਸ਼ਹਿਜ਼ਾਦਾ ਆਇਆ ਤੇ ਰੱਖਿਆ ਗਿਆ ਸੀ। ਤਦੋਂ ਨਾਮ ਪਿਆ ਸੀ ਚੀਨਾਪਤੀ। ਸਮੇਂ ਬਦਲ ਜਾਣ ਤੇ ਨਾਮ ਪਤੀ ਦਾ ਪੱਟੀ ਰਹਿ ਗਿਆ ਤੇ ਚੀਨਾ ਉੱਡ ਗਿਆ। ਇਹ ਨਗਰ ਪਿੱਛੋਂ ਪਰਗਨੇ ਦਾ ਇੱਕ ਵੱਡਾ ਨਗਰ ਬਣ ਗਿਆ। ਇੱਥੋਂ ਦਾ ਇੱਕ ਕਾਰਦਾਰ ਸੀ ਜੋ ਸਾਰਾ ਮਾਮਲਾ ਉਗਰਾਉਂਦਾ ਤੇ ਮੁਗਲ ਰਾਜ ਦਾ ਇੱਕ ਅਹੁਦੇਦਾਰ ਰਾਜਿਆਂ ਤੁਲ ਵਸੀਕਾਰ ਰੱਖਦਾ ਸੀ। ਇਹ ਪੱਕਾ ਦੁਨੀਆਦਾਰ, ਹੈਂਕੜ ਵਾਲਾ ਤੇ ਕੁਝ ਨਾਸਤਕ ਮਤੇ ਦਾ ਆਦਮੀ ਸੀ। ਇਸ ਦੇ 5 ਧੀਆਂ ਸਨ। ਛੋਟੀ ਕਦੇ ਸਤਸੰਗ ਵਿੱਚ ਜਾ ਨਿਕਲੀ ਤਾਂ ਇਸ ਨੇ ਸਤਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਸੁਣਿਆ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾ, ਅੰਡ ਜੇਰਜ ਉਤਪੁਜਾਂ ਖਾਣੀ ਸੇ ਤਜਾਂ, ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਹਾਂ, जिन करते करना किया चिंता पे करनी ताहा, सो करता चिंता करे जिन उपाया जग, तिस जो हारी स्वस्थ तिस तिस दी बाण अपग, नानक सच्चे नाम बिन क्या टिक्का क्या तग। इस सलोक दी व्याख्या ते इस संबंधी कथा सुन के बीबी करतार दी कुदरत नाल एकदम निश्चय दे घर विच पहुंच के मन ही मन विच ईश्वर परायण हो गई। ਕਿਸੇ ਦਿਨ ਸਾਰੀਆਂ ਭੈਣਾਂ ਬੈਠੀਆਂ ਗੱਲਾਂ ਕਰਦੀਆਂ ਸਨ ਤਾਂ ਪਿਤਾ ਦੀ ਮਹਿਮਾ ਕਰਨ ਲੱਗੀਆਂ ਕਿ ਉਹ ਬੜਾ ਪੈਸੇ ਵਾਲਾ ਤੇ ਉਦਾਰ ਹੈ। ਸਾਡੀ ਕੈਸੀ ਰਾਜਸੀ ਪਾਲਣਾ ਕੀਤੀ ਤੇ ਸਾਨੂੰ ਉੱਚੇ ਘਰੀ ਦਾਤਾਂ ਬਰਾਤਾਂ ਨਾਲ ਟੋਰਿਆ ਹੈ। ਬਾਪੂ ਦੀਆਂ ਨਿੱਤ ਦੀਆਂ ਦਾਤਾਂ ਕਰਕੇ ਅਸੀਂ ਸਹੁਰੇ ਸੁਖੀ ਹਾਂ। ਛੋਟੀ ਚੁੱਪ ਬੈਠੀ ਸੀ। ਇਹ ਅਜੇ ਵਿਆਹੀ ਨਹੀਂ ਸੀ। ਇਸ ਨੂੰ ਪੁੱਛਣ ਲੱਗੀਆਂ, ਤੂੰ ਵੀ ਕੁਛ ਬੋਲ। ਉਸਨੇ ਕਿਹਾ, ਤੁਸੀਂ ਸੱਚ ਕਿਹਾ ਹੈ, ਪਿਤਾ ਜੀ ਬੜੇ ਦਾਤਾ ਹਨ, ਪਰ ਪਿਤਾ ਜੀ ਦਾ ਦਾਤਾ ਪ੍ਰਭੂ ਹੈ। ਸਭ ਨੂੰ ਉਹ ਦੇ ਤੇ ਪਾਲ ਰਿਹਾ ਹੈ। ਜੇ ਉਹ ਨਾ ਦੇਵੇ ਤਾਂ ਪਿਤਾ ਜੀ ਕੁਛ ਨਹੀਂ ਦੇ ਸਕਦੇ। ਸੋ ਅਸਲ ਦਾਤਾ ਉਹੀ ਹੈ। ਭੈਣਾਂ ਨੂੰ ਗੁੱਸਾ ਲੱਗਾ ਤੇ ਉਹਨਾਂ ਨੇ ਪਿਤਾ ਨੂੰ ਵੱਧ ਘੱਟ ਗੱਲਾਂ ਦੱਸ ਕੇ ਪੁਤਲਾ ਦਿੱਤਾ। ਪਿਤਾ ਨੇ ਬੁਲਾ ਕੇ ਪੁੱਛਿਆ ਤਾਂ ਕਾਕੀ ਨੇ ਉਹ ਗੱਲ ਕਹਿ ਸੁਣਾਈ ਕਿ ਸਭ ਦਾ ਦਾਤਾ ਭਗਵਾਨ ਹੈ, ਉਹੀ ਮਾਲਕ ਪਾਲਕ ਹੈ। ਪਿਤਾ ਜੀਓ, ਆਪ ਦਾ ਦਾਤਾ ਉਹੀ ਹੈ। ਪਿਤਾ ਨੇ ਕਿਹਾ, ਜੇ ਮੈਂ ਤੈਨੂੰ ਕੰਗਾਲ ਨਾਲ ਵਿਆਹ ਦਿਆਂ ਤੇ ਕੁਛ ਨਾ ਦਿਆਂ ਤਾਂ ਦੇਖਾਂ ਰਾਮ ਤੇਰੇ ਵਾਸਤੇ ਦਾਜ ਦੌਣ ਲੈ ਆਵੇਗਾ। ਕਾਕੀ ਨੇ ਮੂੰਹ ਨੀਵਾਂ ਪਾ ਲਿਆ ਤੇ ਉਹ ਪਦ ਆਖੇ ਕਿ ਸਭ ਦਾਤਿਆਂ ਦਾ ਦਾਤਾ ਉਹੀ ਹੈ। ਬਾਕੀ ਭੈਣਾਂ ਨੇ ਕਿਹਾ ਕਿ ਪਿਤਾ ਜੀ, ਸਾਡੇ ਦਾਤਾ ਤੁਸੀਂ ਹੋ, ਪਰ ਤੱਕ ਦੇ ਰਹੇ ਹੋ ਦਾਤਾਂ ਹਰ ਪ੍ਰਕਾਰ ਦੀਆਂ।
गल की गुस्से परे हैंकड़ी। पिता ने अपने बरादरी दे कंगाल आदमी नूं लभ के उस नाल जो शरीरक करके भी रोगी सी धी नूं विआह दिता ते दाज दौण कुछ ना दिता। दृढ़ धर्म बीबी इस होणी नूं सिर ते धर के अपाहज पति नाल टुर गई। इस पति नूं कोड़ दी बीमारी फुट रही सी जो दिनों दिन वधदी गई। काकी नूं फिर ये जीवन अख्तियार करना पिया कि पति नूं लै के एक खारी विच बिठा के चाई फिरदी, पिंडां या नगरां दियां गलियां विच जा के टुक्कर मंग लियावे। इस तरह फिरदे पति ने कहा कि भगवाने एवें ना पई कौम, चल तीर्थां नूं चल। सहजे सहजे कदे मंगदे पिंदे पहुँच के कुछ इशनान करके पाप कटे जाण तां अगला जन्म सवरे। ये सलाह करके बीबी खारी चाई मंगदी पिंदी गुरु के चक आ गई। नगरी तो दूर थां जिथे अजकल दरबार साहिब विच दुखभानी दी बेर है, इत्थे को वार सोहणी छां देख के ते थोड़ी थां ते खड़े जल नूं ते उस वेले दी वह रही समीर नूं तक के पति दी खारी नूं जल किनारे छोड़ गई ते आप रोटी मंगण पिंड नूं चली गई। जद मुड़ के आई तां की देखे खारा मूंदा पिया है ते उत्ते एक नवां नरोआ आदमी बैठा है। घबरा गई ते समझी कि किसी ने मेरे पति नूं मार दिता है ते मैनू काबू करन दे लालच विच इत्थे बैठा है। झिड़क के बोली, तू कौन है? उसने कहा, तेरा पति हाँ। गल की वो विथ्या सुनावे, सोवां सुगंधा खावे। बीबी वधेरे गुस्से हुंदी जावे। कोई सियाणे कोलों लंघ पे, उन्हां सारी गल सुनी ते कहा, क्यों लड़दे हो? श्री गुरु रामदास जी नेड़े ही हन, वो अंतरयामी हन, उन्हां कोल चलो, धर्म न्याय कर देणगे। सो दोवें साहिबां पास आए। त्रीमत ने पहली सारी विथ्या पेके घर तो लैके जल किनारे खारी रखण तक दी सुनाई। फिर मर्द ने कहा, जद ये भिख्या मंगण चली गई तां मैं डिठा कि एक धियाया कां आया। मैं खारी विच छपड़ी किनारे बैठा सां। उत्थे आके वो कां हेठां नूं उतरिया ते छपड़ी ते जाके उसने चुंझां भर भर पानी पीता ते फिर टुबकी लाई। उस मेरे देखदे देखदे वो चिट्टा हो गया, जिवें कि हंस आउंदा है। फिर वो उड़ गया। मैं तकदा रहा। तकदे तकदे मैनू सोच फुरी कि ये थां ते जल तां शक्ति वाला है, क्यों ना मैं भी नावां। पर इकल्ला हेठां पहुंचा किवें ते संभलां किवें? फिर मैं सोचिया, रेड़ी पावां। जे शक्ति दी थां है ते वेला पूर्बी दा है तां मैं भी राजी हो जासां, ते जे उडीक करां वोटी दी तां खबरे पूर्बी दा समां बीत जावे। सो उतर पावां। ते जे जल डूंगा है तां मैं संभल ना सकिया ते डुब गया तां भी भला है। मेरी जून छुटू ते मेरी इस्त्री दे पाप कटे जाणगे। ओ मेरी सेवा तो खलासी पा के किते भजन करके दिन गुजार लैसी। सो मैं रिड़ खुड़ बुरे हाली जल दे पास जा पहुंचा ते 2 घुट जल दे भर के आप नूं जल विच सुट कतिया। डुबकी लगदियां ते 2 घुट पींदियां मेरा रोग दूर होण लग गया ते मैं सावधान नवां निरोआ जल विचों निकल आया ते इस अपनी पति ब्रत भागवान दी उडीक विच बैठ रहा। हुण मेरे भाग, सतगुरु जी देखो, ये अमन्ना ही नहीं करदी। सतगुरु जी ने बीबी नूं कहा, ये तेरा ही पति है। देख, इसदी एक उंगल हथ दी उस वेले नहीं सी भेजी, उस पर अजे रोग है। देख हर परख। बीबी ने डिठा, ठीक उंगल ते रोग उसे तरह है सी। तद साहिब दोहां नूं नाल लैके संगत समेत तुर पए। थां नेड़े ही सी। जल दे कोल जाके आपने कहा, लै बई अपनी उंगल जल विच पा। जद जल विच डोब के कड्डी तां ओ अरोग हो गई। हुण इस्त्री नूं एक तां प्रतख सबूत मिल गया, दूजे सतगुरु जी ने फरमा दिता कि ये तेरा पति है। इस थां एक कौतक साढ़े सतगुरु ने वरताया है ताकि जगत नूं पता लग जावे कि ये थां है जिथे श्री गुरु नानक देव जी बैठे सन ते दस गए सन
कि ਇਹ ਟਿਕਾਣਾ ਹਰੀ ਭਜਨ ਦਾ ਹਰੀ ਮੰਦਰ ਹੋਏਗਾ। ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਅਸਾਂ ਕਦੇ ਕੁਛ ਮਿੱਟੀ ਪੁਟਵਾਈ ਸੀ ਤੇ ਜੋ ਕੁਛ ਰੁੜ ਰੁੜ ਕੇ ਇਸ ਵਿੱਚ ਜਾ ਪਈ ਹੈ। ਇਹੋ ਥਾਂ ਹੈ ਜਿਸ ਨੂੰ ਅਸੀਂ ਤਾਂ ਪਛਾਣਦੇ ਹਾਂ, ਪਰ ਅੱਜ ਸਾਰੇ ਲੋਕ ਵੀ ਅਮੰਨਾ ਕਰ ਗਏ ਕਿ ਇਹੋ ਥਾਂ ਹੈ। ਹੁਣ ਉਸ ਮਰਦ ਤੇ ਪਤੀਬ੍ਰਤਾ ਨੇ ਚਰਨ ਸ਼ਰਨ ਲਈ ਨਾਮ ਪ੍ਰਾਪਤ ਹੋ ਕੇ ਸਿੱਖੀ ਧਾਰਨ ਕਰਕੇ ਸੇਵਾ ਵਿੱਚ ਲੱਗ ਪਏ। ਇਹ ਸਾਰੀ ਵਾਰਤਾ ਸੁਣ ਸਮਝ ਕੇ ਬੀਬੀ ਦੇ ਪਿਤਾ ਨੇ ਵੀ ਸ਼ਰਨ ਲਈ ਤੇ ਸਿੱਖੀ ਧਾਰਨ ਕੀਤੀ। ਅੰਤ ਘਰ ਨਰੀਨਾ ਔਲਾਦ ਭਾਵ ਨਰ ਔਲਾਦ ਯਾਨੀ ਪੁੱਤਰ ਨਾ ਹੋਣ ਕਰਕੇ ਇਸ ਦੇ ਪਤੀ ਨੂੰ ਮੁਤਬੰਨਾ ਕਰ ਲਿਆ। ਜਿਸ ਥਾਂ ਇਹ ਕੌਤਕ ਵਰਤਿਆ ਸੀ ਉਸ ਦਾ ਨਾਮ ਗੁਰੂ ਜੀ ਨੇ ਦੁੱਖ ਭੰਜ ਨਹੀਂ ਰੱਖਿਆ, ਜੋ ਨਾਮ ਤੇ ਟਿਕਾਣਾ ਅੱਜ ਤੱਕ ਕਾਇਮ ਹੈ। ਇੱਥੇ ਅਨੇਕਾਂ ਲੋਕ ਸ਼ਰਧਾ ਨਾਲ ਇਸ਼ਨਾਨ ਕਰਕੇ ਵੱਲ ਹੋਏ ਤੇ ਉਹਨਾਂ ਦੇ ਆਪ ਦੱਸੇ ਹਾਲ ਲੋਕਾਂ ਨੇ ਸੁਣੇ ਵੇਖੇ ਹਨ। ਉਸ ਸਮੇਂ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਦੀ ਉਥਾਨਕਾ ਇਹ ਦਸੀਦੀ ਹੈ। ਸ਼ਬਦ ਜੋ ਉਚਾਰ ਹੋਇਆ ਇਹ ਹੈ, ਗੁਜਰੀ ਮਹੱਲਾ ਚੌਥਾ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸੰਗਤ ਸ਼ਬਦ ਮਨ ਮੋਹ ਹੈ। जब गोविंद गोविंद ध्याई है, सबको दान दे प्रभ ओ है। मेरे भाई जना मोको गोविंद 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 मन मोह है। गोविंद 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 गुण गावा, मिल गुर साध संगत जन सो है रहाओ। सुख सागर हर भगत है, गुरमत कौला रिद से लागै पग ओ है। जन को राम नाम आधारा, हर नाम जपत हर नामो सो है। दुर्मत भागहीन मत फीके, नाम सुनत आवे मन रो है। कौआ काग कौ अमृत रस पाइए, तृप्ता विष्टा खाए मुख गो है। अमृत सर सतगुर सतवादी, जित नाते कौआ हंस हो है। नानक धन धन वडे वड भागी, जिन गुरमत नाम हृदय मल तो है। नौवां है पूरन ताल खटाया। ਇਸ ਤੋਂ ਪਿੱਛੋਂ ਤਾਲ ਦੀ ਸੇਵਾ ਹੁਣ ਬੜੇ ਜ਼ੋਰਾਂ ਨਾਲ ਆਰੰਭ ਹੋਈ। ਇੱਥੋਂ ਤਾਈਂ ਕਿ ਸਰੋਵਰ ਸਾਰਾ ਖੁੱਦ ਗਿਆ। ਇਸ ਗੱਲ ਦੀ ਉਗਾਈ ਭਾਈ ਗੁਰਦਾਸ ਜੀ ਤੋਂ ਮਿਲਦੀ ਹੈ, ਜੋ ਲਿਖਦੇ ਹਨ, ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਸਹਿ ਕਰ ਆਵੈ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦ ਸਮਾਵੈ। ਦਿੱਤਾ ਲਈਐ ਆਪਣਾ, ਅਣਦਿੱਤਾ ਕਛ ਹੱਥ ਨ ਆਵੈ। ਫਿਰ ਆਈ ਕਰ ਅਰਜ ਨੇ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨਾ ਦੇਸਾਂ ਸੋਢੀਓ, ਹੋਰਸ ਅਜਰ ਨ ਜਰਿਆ ਜਾਵੇ। ਘਰ ਹੀ ਕੀਵਤ ਘਰੈ ਰਹਾਵੈ। ਇਸ ਪੌੜੀ ਨੂੰ ਘੋਖਿਆਂ ਸਮਝ ਪੈਂਦੀ ਹੈ ਕਿ ਤਾਲ ਪੂਰਾ ਖੁਦ ਗਿਆ ਸੀ ਤੇ ਤਾਲ ਦੇ ਵਿੱਚ ਕਾਹੇ ਥੜੇ ਵਾਂਗੂ ਜਗ੍ਹਾ ਤੇ ਉਸ ਤੱਕ ਰਸਤਾ ਰੁਖ ਲਿਆ ਗਿਆ ਸੀ, ਕਿਉਂਕਿ ਤਦੋਂ ਅੰਮ੍ਰਿਤਸਰ ਇਸ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਾਮ ਨਹੀਂ ਸੀ। ਇਸ ਤਾਲ ਵਿੱਚ ਜੋਤ ਜਗਾਉਣ ਦਾ ਮਤਲਬ ਹੈ ਕਿ ਇਸ ਦੇ ਵਿੱਚ ਬੈਠ ਕੇ ਆਪ ਸਤਸੰਗ ਲਾਉਂਦੇ ਸਨ। ਜਿੱਥੇ ਹੁਣ ਹਰੀ ਮੰਦਰ ਹੈ, ਇੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਹੋ ਇੱਕ ਸੋਹਣਾ ਮੰਡਪ, ਚਾਹੋ ਆਰਜ਼ੀ ਮੰਦਰ ਸਾਜ ਲਿਆ ਸੀ। ਉੱਥੇ ਦੀਵਾਨ ਸਜਦੇ ਤੇ ਕਥਾ ਕੀਰਤਨ ਸਤਸੰਗ ਹੁੰਦੇ ਸਨ। ਨਿਰੇ ਜਲ ਵਿੱਚ ਤਾਂ ਬੈਠ ਕੇ ਜੋਤ ਨਹੀਂ ਜਗਾਈ ਜਾਂਦੀ। ਜੋ ਨਗਰੀ ਵਸਾਈ ਤੇ ਵਸਾਈ ਜਾ ਰਹੀ ਸੀ, ਉਸ ਦਾ ਨਾਮ ਗੁਰੂ ਕਾ ਚੱਕ ਤੇ ਰਾਮਦਾਸਪੁਰਾ ਤਦੋਂ ਲੈਂਦੇ ਸਨ, ਅਤੇ ਅੰਮ੍ਰਿਤਸਰ ਤੇ ਰਾਮਦਾਸਸਰ ਸਰੋਵਰ ਦਾ ਨਾਮ ਸੀ ਯਥਾ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸਸਰ। ਸੋ ਗੁਰੂ ਅਰਜਨ ਦੇਵ ਜੀ ਨੇ ਖੁਦ ਅਨੂਪ ਰਾਮਦਾਸਪੁਰ ਅਤੇ ਰਾਮਦਾਸਸਰ ਆਖਿਆ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।